ਕੈਨੇਡਾ ਦੀ ਇੱਕ ਅਦਾਲਤ ਨੇ 1985 ਦੇ 에ਅਰ ਇੰਡੀਆ ਕਨਿਸ਼ਕ ਬੰਬ ਧਮਾਕੇ ਦੇ ਹਮਲੇ ਵਿੱਚ ਬਰੀ ਕੀਤੇ ਗਏ ਖਾਲਿਸਤਾਨੀ ਅੱਤਵਾਦੀ ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਦੇ ਦੋਸ਼ੀਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਟੈਨਰ ਫੋਕਸ ਤੇ ਜੋਸ ਲੋਪੇਜ਼ ਨੇ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਵਿੱਚ ਮੰਨਿਆ ਕਿ ਮਲਿਕ ਨੂੰ ਮਾਰਨ ਲਈ ਉਹਨਾਂ ਨੂੰ ਪੈਸੇ ਦਿੱਤੇ ਗਏ ਸਨ। 14 ਜੁਲਾਈ 2022 ਨੂੰ ਮਲਿਕ ਨੂੰ ਸਰੀ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਉਸ ਦੇ ਘਰ ਦੇ ਬਾਹਰ ਕਈ ਵਾਰ ਗੋਲੀ ਮਾਰ ਦਿੱਤੀ ਗਈ। ਵੈਨਕੂਵਰ ਸਨ ਦੀ ਰਿਪੋਰਟ ਦੇ ਮੁਤਾਬਿਕ ਜਦੋਂ ਦੋਵਾਂ ਮੁਲਾਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਦੋਵਾਂ ਦੀ ਲੜਾਈ ਹੋ ਗਈ ਅਤੇ ਇੱਕ ਦੂਜੇ ਨੂੰ ਥੱਪੜ ਅਤੇ ਮੁੱਕੇ ਮਾਰਨ ਲੱਗੇ, ਜਿਸ ਤੋਂ ਬਾਅਦ ਸ਼ੈਰਿਫ ਨੇ ਦੋਹਾਂ ਨੂੰ ਇੱਕ ਦੂਜੇ ਤੋਂ ਦੂਰ ਕਰ ਦਿੱਤਾ। ਮਲਿਕ, ਜਿਸ ਨੂੰ ਭਾਰਤ ਵਿੱਚ ਖਾਲਿਸਤਾਨੀ ਅੱਤਵਾਦੀ ਘੋਸ਼ਿਤ ਕੀਤਾ ਗਿਆ, ਉਹ ਇੱਕ ਵਿਵਾਦਪੂਰਨ ਸ਼ਖਸੀਅਤ ਰਿਹਾ ਹੈ, ਜਿਸ ਨੂੰ 2005 ਵਿੱਚ 에ਅਰ ਇੰਡੀਆ ਦੀ ਫਲਾਈਟ 182 ਨੂੰ ਬੰਬ ਨਾਲ ਉਡਾਉਣ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ। ਇਸ ਸਾਰੀ ਘਟਨਾ ਨੂੰ ਖਾਲਿਸਤਾਨੀ ਕੱਟੜਪੰਥੀਆਂ ਨੇ ਅੰਜਾਮ ਦਿੱਤਾ ਸੀ। ਇਸ ਹਾਦਸੇ ਵਿੱਚ 329 ਲੋਕ ਮਾਰੇ ਗਏ ਸਨ। ਹਾਲਾਂਕਿ ਉਸ ਦੀ ਹੱਤਿਆ ਦਾ ਸਿੱਧਾ ਤੌਰ ਤੇ 1985 ਦੇ ਬੰਬ ਧਮਾਕੇ ਨਾਲ ਕੋਈ ਸੰਬੰਧ ਨਹੀਂ ਹੈ। ਉਸ ਨੂੰ ਇਸ ਮਾਮਲੇ ਵਿੱਚ ਸ਼ੱਕੀ ਵਜੋਂ ਦੇਖਿਆ ਗਿਆ ਸੀ। ਹੈਲੀਫੈਕਸ ਖੇਤਰੀ ਪੁਲਿਸ ਇੱਕ 19 ਸਾਲਾ ਲੜਕੀ ਦੀ ਅਚਾਨਕ ਮੌਤ ਦੀ ਜਾਂਚ ਕਰ ਰਹੀ ਹੈ। ਦੱਸ ਦਈਏ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਲੜਕੀ ਸ਼ਹਿਰ ਦੇ ਪੱਛਮੀ ਸਿਰੇ ਵਿੱਚ ਇੱਕ ਵਾਲਮਾਰਟ ਵਿੱਚ ਕੰਮ ਕਰ ਰਹੀ ਸੀ। ਸੁਣਨ 'ਚ ਆ ਰਿਹਾ ਕਿ ਲੜਕੀ ਓਵਨ 'ਚ ਮ੍ਰਿਤਕ ਪਾਈ ਗਈ ਹੈ, ਪਰ ਪੁਲਿਸ ਵੱਲੋਂ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਸ਼ਨੀਚਰਵਾਰ ਨੂੰ ਰਾਤ ਕਰੀਬ 9:30 ਵਜੇ ਸਟੋਰ ਤੇ ਬੁਲਾਇਆ ਗਿਆ ਅਤੇ ਲੜਕੀ ਨੂੰ ਮ੍ਰਿਤਕ ਪਾਇਆ ਗਿਆ। ਜੋ ਲੜਕੀ ਮ੍ਰਿਤਕ ਪਾਈ ਗਈ ਹੈ ਉਹ ਪੰਜਾਬਣ ਹੈ ਅਤੇ ਉਹ ਸਟੂਡੈਂਟ ਦੇ ਤੌਰ ਤੇ ਕੈਨੇਡਾ ਆਈ ਸੀ। ਪੁਲਿਸ ਨੇ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ ਜਾਂਚਕਰਤਾ ਹੁਣ ਇਹ ਨਿਰਧਾਰਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਵਾਲਮਾਰਟ ਦੇ ਕਰਮਚਾਰੀ ਦੀ ਮੌਤ ਕਿਵੇਂ ਹੋਈ ਅਤੇ ਪ੍ਰੋਵਿੰਸ਼ੀਅਲ ਲੈਵਲ ਡਿਪਾਰਟਮੈਂਟ ਅਤੇ ਨੋਵਾ ਸਕੋਸ਼ੀਆ ਮੈਡੀਕਲ ਐਗਜ਼ਾਮੀਨਰ ਦੇ ਨਾਲ ਮਿਲ ਕੇ ਕੰਮ ਕਰ ਰਹੇ ਨੇ। ਪੁਲਿਸ ਵੱਲੋਂ ਇਸ ਤੋਂ ਇਲਾਵਾ ਹੋਰ ਵੀ ਵੇਰਵੇ ਨਹੀਂ ਦਿੱਤੇ ਗਏ। ਉਹਨਾਂ ਨੇ ਕਿਹਾ ਕਿ ਜਾਂਚ ਗੁੰਝਲਦਾਰ ਹੈ। ਉਹਨਾਂ ਲੋਕਾਂ ਨੂੰ ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ ਦੇ ਨਾਲ ਧੀਰਜ ਰੱਖਣ ਲਈ ਕਿਹਾ ਹੈ। ਜਦੋਂ ਪੁਲਿਸ ਨੂੰ ਬੁਲਾਇਆ ਗਿਆ ਤਾਂ ਮਮਫੋਰਡ ਰੋਡ ਸਟੋਰ ਗਾਹਕਾਂ ਲਈ ਖੁੱਲ੍ਹਾ ਸੀ, ਪਰ ਬਾਅਦ ਵਿੱਚ ਬੰਦ ਕਰ ਦਿੱਤਾ ਗਿਆ। ਇਹੀ ਨਹੀਂ ਦੱਸਿਆ ਗਿਆ ਕਿ ਸਟੋਰ ਦੁਬਾਰਾ ਕਦੋਂ ਖੁੱਲ੍ਹੇਗਾ ਅਤੇ ਕਰਮਚਾਰੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਸਮੇਂ ਗੁਰਦੁਆਰਾ ਮੈਰੀਟਾਈਮ ਸਿੱਖ ਸੁਸਾਇਟੀ ਦੀ ਸਮੁੱਚੀ ਕਮੇਟੀ ਲੜਕੀ ਦੇ ਪਰਿਵਾਰ ਨਾਲ ਖੜੀ ਹੈ। ਉਹਨਾਂ ਵੱਲੋਂ ਲੜਕੀ ਦੇ ਪਰਿਵਾਰ ਨਾਲ ਸੰਪਰਕ ਕਰ ਲਿਆ ਗਿਆ। ਲੜਕੀ ਆਪਣੀ ਮਾਂ ਨਾਲ ਕੈਨੇਡਾ 'ਚ ਰਹਿੰਦੀ ਸੀ ਅਤੇ ਲੜਕੀ ਦਾ ਪਿਛੋਕੜ ਲੁਧਿਆਣੇ ਦੇ ਜ਼ਿਲ੍ਹੇ ਨਾਲ ਸੰਬੰਧਿਤ ਹੈ। ਗੁਰਦੁਆਰਾ ਮੈਰੀਟਾਈਮ ਸਿੱਖ ਸੁਸਾਇਟੀ ਦੇ ਸੈਕਟਰੀ ਸਰਦਾਰ ਬਲਬੀਰ ਸਿੰਘ ਨੇ ਦੱਸਿਆ ਕਿ ਲੜਕੀ ਦੀ ਮੌਤ ਨਾਲ ਇਲਾਕੇ 'ਚ ਦਹਿਸ਼ਤ ਫੈਲ ਗਈ ਹੈ, ਪਰ ਪੁਲਿਸ ਵੱਲੋਂ ਸਥਿਤੀ ਨੂੰ ਕਾਬੂ 'ਚ ਕਰ ਲਿਆ ਗਿਆ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਏਰੀਆ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਪਰਿਵਾਰ ਦਾ ਪੂਰਾ ਸਾਥ ਦਿੱਤਾ ਜਾ ਰਿਹਾ ਹੈ ਅਤੇ ਲੰਗਰ ਪਾਣੀ ਦੀ ਵੀ ਸੇਵਾ ਕੀਤੀ ਜਾ ਰਹੀ ਹੈ। ਫਿਲਹਾਲ ਇਸ ਮਾਮਲੇ 'ਚ ਹੋਰ ਕੋਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਕੈਨੇਡਾ ਦੀ ਟਰੂਡੋ ਸਰਕਾਰ ਵਿੱਚ ਮੰਤਰੀ ਹਰਜੀਤ ਸਿੰਘ ਸੱਜਣ ਨੇ ਹਾਊਸ ਆਫ ਕਾਮਨ ਵਿੱਚ ਬੋਲਦਿਆਂ ਭਾਰਤ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਨੇ ਕਿਹਾ ਕਿ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਸਹਿਮਤ ਨੇ ਅਤੇ ਭਾਰਤ ਸਰਕਾਰ ਵੱਲੋਂ ਕੈਨੇਡਾ ਦੇ ਨਾਗਰਿਕਾਂ ਖਿਲਾਫ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਧਰ ਦੂਜੇ ਪਾਸੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵੀ ਕੈਨੇਡਾ ਵੱਲੋਂ ਦੋਹਰਾ ਸਟੈਂਡਰਡ ਰੱਖਣ ਦੀ ਗੱਲ ਆਖੀ। ਦਰਅਸਲ ਜੂਨ 2023 ਵਿੱਚ ਕੈਨੇਡਾ ਦੀ ਧਰਤੀ ਤੇ ਹੋਏ ਸਿੱਖ ਵੱਖਵਾਦੀ ਆਗੂ ਦੇ ਕਤਲ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਾਲੇ ਤਲਖੀ ਪੈਦਾ ਹੋ ਗਈ ਹੈ। ਕੈਨੇਡਾ ਦਾ ਇਲਜ਼ਾਮ ਹੈ ਕਿ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਵਿੱਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਹੈ। ਹਾਲਾਂਕਿ ਭਾਰਤ ਸਰਕਾਰ ਨੇ ਇਹਨਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸ ਕੇ ਖਾਰਜ ਕਰ ਦਿੱਤਾ ਹੈ। ਹਰਜੀਤ ਸਿੰਘ ਸੱਜਣ ਨੇ ਸਦਨ ਵਿੱਚ ਕਿਹਾ ਕਿ 14 ਅਕਤੂਬਰ ਨੂੰ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਭਾਰਤ ਸਰਕਾਰ ਨੇ ਇਹ ਸੋਚ ਕੇ ਬੁਨਿਆਦੀ ਗਲਤੀ ਕੀਤੀ ਹੈ ਕਿ ਉਹ ਕੈਨੇਡਾ ਖਿਲਾਫ ਕੈਨੇਡਾ ਦੀ ਧਰਤੀ ਤੇ ਅਪਰਾਧਿਕ ਕਾਰਵਾਈਆਂ ਵਿੱਚ ਸ਼ਾਮਲ ਹੋ ਸਕਦੇ ਹਨ, ਪਰ ਕੈਨੇਡਾ ਵਾਸੀ ਅਜਿਹਾ ਬਿਲਕੁਲ ਵੀ ਸਵੀਕਾਰ ਨਹੀਂ ਕਰਨਗੇ, ਕਿਉਂਕਿ ਕੈਨੇਡਾ ਲੋਕਤਾਂਤਰਿਕ ਮਾਹੌਲ ਦੇਣ ਦਾ ਦਾਅਵਾ ਕਰਦਾ ਹੈ, ਜਿੱਥੇ ਬੁਨਿਆਦੀ ਅਧਿਕਾਰਾਂ ਦੀ ਗਾਰੰਟੀ ਹੈ, ਜਿੱਥੇ ਆਜ਼ਾਦੀ ਹੈ, ਨਿਯਮ ਅਤੇ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ। ਉਹਨਾਂ ਨੇ ਅੱਗੇ ਕਿਹਾ ਕਿ ਅਸੀਂ ਕਦਰਾਂ ਕੀਮਤਾਂ ਸਾਂਝੀਆਂ ਕਰਦੇ ਹਾਂ। ਜਦੋਂ ਅਸੀਂ ਇੱਕ ਦੂਜੇ ਤੋਂ ਸਿੱਖਦੇ ਹਾਂ ਤਾਂ ਹੀ ਅਸੀਂ ਮਜ਼ਬੂਤ ਹੁੰਦੇ ਹਾਂ। ਭਾਵੇਂ ਅਸੀਂ ਇੱਕ ਦੂਜੇ ਦੇ ਨਜ਼ਰੀਏ ਨੂੰ ਚੁਣੌਤੀ ਹੀ ਕਿਉਂ ਨਾ ਦੇ ਰਹੇ ਹੋਈਏ ਅਤੇ ਫਿਰ ਵੀ ਅਸੀਂ ਸ਼ਾਂਤੀ ਨਾਲ ਵੱਖ-ਵੱਖ ਵਿਚਾਰ ਸਾਂਝੇ ਕਰਦੇ ਹਾਂ। ਇਸੇ ਲਈ ਬਹੁਤ ਸਾਰੇ ਲੋਕ ਕੈਨੇਡਾ ਨੂੰ ਆਪਣਾ ਘਰ ਆਖਦੇ ਨੇ। ਇਸੇ ਲਈ ਮੇਰਾ ਪਰਿਵਾਰ ਵੀ ਇੱਥੇ ਆਇਆ। ਇਹ ਸਪਸ਼ਟ ਹੈ ਕਿ ਭਾਰਤ ਸਰਕਾਰ ਲਈ ਸੁਤੰਤਰਤਾ ਖਿਆਲੀ ਹੈ। ਨਿਯਮ ਆਧਾਰਿਤ ਵਿਵਸਥਾ ਇੱਕ ਅਨੋਖਾ ਸਿਧਾਂਤ ਹੈ। ਜਿੱਥੋਂ ਤੱਕ ਸੁਰੱਖਿਆ ਦਾ ਸਵਾਲ ਹੈ, ਉਹ ਸਪਸ਼ਟ ਤੌਰ ਤੇ ਸਵਾਲੀਆ ਨਿਸ਼ਾਨ ਹੈ। ਇਸੇ ਦੌਰਾਨ ਉਹਨਾਂ ਨੇ ਕਿਹਾ ਕਿ ਰਾਇਲ ਮਾਊਂਟਡ ਕੈਨੇਡਾ ਪੁਲਿਸ ਦੀ ਜਾਂਚ ਵਿੱਚ ਪਾਇਆ ਗਿਆ ਕਿ ਭਾਰਤ ਸਰਕਾਰ ਅਤੇ ਉਸ ਦੇ ਏਜੰਟਾਂ ਦੀ ਕੈਨੇਡਾ ਬਣਾਉਣ ਵਾਲੀਆਂ ਸੰਸਥਾਵਾਂ ਅਤੇ ਆਜ਼ਾਦੀ ਨੂੰ ਮੈਲਾ ਕਰਨ ਵਿੱਚ ਦਿਲਚਸਪੀ ਹੈ। ਉਹਨਾਂ ਨੇ ਕਿਹਾ ਕਿ ਸਾਡੇ ਲੋਕਤੰਤਰ ਨੂੰ ਕਮਜ਼ੋਰ ਕਰਨਾ, ਸਾਡੀ ਆਜ਼ਾਦੀ ਨੂੰ ਸੀਮਿਤ ਕਰਨਾ ਅਤੇ ਸਾਡੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣਾ ਹੈ।
ਸਾਡੇ ਆਰਸੀਐਮਪੀ ਅਤੇ ਸਾਡੀਆਂ ਸੁਰੱਖਿਆ ਏਜੰਸੀਆਂ ਆਪਣੇ ਬੋਲਣ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਕੈਨੇਡਾ ਦੇ ਨਾਗਰਿਕਾਂ ਖਿਲਾਫ ਹਿੰਸਾ ਬਰਦਾਸ਼ਤ ਨਹੀਂ ਕਰਨਗੀਆਂ। ਇਹ ਅਧਿਕਾਰਾਂ ਅਤੇ ਆਜ਼ਾਦੀ ਦੇ ਚਾਰਟਰ ਦੇ ਤਹਿਤ ਸੁਰੱਖਿਅਤ ਹਨ। ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ। ਇਸ ਸਦਨ ਵਿੱਚ ਕਿਸੇ ਨੂੰ ਵੀ ਇਹ ਬਰਦਾਸ਼ਤ ਨਹੀਂ ਕਰਨਾ ਚਾਹੀਦਾ। ਉਧਰ ਭਾਰਤ ਵਿੱਚ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਵੀ ਕੈਨੇਡਾ ਬਾਰੇ ਕਿਹਾ ਕਿ ਕੈਨੇਡਾ ਦਾ ਚਰਿੱਤਰ ਦੋਹਰਾ ਹੈ। ਉਹਨਾਂ ਨੇ ਭਾਰਤ ਵਿੱਚ ਨਿੱਜੀ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਭਾਰਤ ਅਤੇ ਕੈਨੇਡਾ ਵਿਚਾਲੇ ਉਪਜੀ ਤਲਖੀ ਬਾਰੇ ਗੱਲ ਕੀਤੀ। ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕਿਹਾ ਕਿ ਕੈਨੇਡਾ ਮੁੱਦਾ ਇੱਕ ਆਮ ਪੱਛਮੀ ਮੁੱਦਾ ਹੈ ਅਤੇ ਕੈਨੇਡਾ ਵਿੱਚ ਵਿਸ਼ੇਸ਼ ਮੁੱਦਾ ਹੈ। ਇਸ ਦਾ ਚਰਿੱਤਰ ਦੋਹਰਾ ਹੈ। ਵਿਸ਼ਵ ਦੇ ਸਮੀਕਰਨ ਬਦਲ ਰਹੇ ਨੇ ਅਤੇ ਸੰਸਾਰ ਵਿੱਚ ਸ਼ਕਤੀ ਬਦਲ ਰਹੀ ਹੈ ਅਤੇ ਪੱਛਮੀ ਦੇਸ਼ਾਂ ਨੂੰ ਇਹ ਹਜਮ ਨਹੀਂ ਹੋ ਰਿਹਾ। ਉਹਨਾਂ ਨੇ ਅੱਗੇ ਕਿਹਾ ਕਿ ਕੈਨੇਡਾ ਨੂੰ ਲੈ ਕੇ ਇੱਕ ਇਤਿਹਾਸ ਹੈ। 1980 ਵਿੱਚ ਕੈਨੇਡਾ ਤੋਂ ਉਡਾਣ ਭਰਨ ਵਾਲਾ 에ਅਰ ਇੰਡੀਆ ਜਹਾਜ਼ ਕ੍ਰੈਸ਼ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਕੂਟਨੀਤੀ ਇੱਕ ਵੱਖਰੀ ਦਿਸ਼ਾ ਵੱਲ ਚਲੀ ਗਈ ਸੀ। ਕੈਨੇਡਾ ਨੇ ਸਾਨੂੰ ਆਪਣੀ ਹਾਈ ਕਮਿਸ਼ਨਰ ਨੂੰ ਪੁਲਿਸ ਜਾਂਚ ਅਧੀਨ ਕਰਨ ਲਈ ਕਿਹਾ। ਸਾਡੀ ਸਰਕਾਰ ਨੇ ਉਹਨਾਂ ਦੀਆਂ ਗੱਲਾਂ ਨੂੰ ਰੱਦ ਕਰ ਦਿੱਤਾ। ਇਸ ਤੋਂ ਬਾਅਦ ਅਸੀਂ ਆਪਣੇ ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ। ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਦਾ ਰਵੱਈਆ ਸਾਡੇ ਕੂਟਨੀਤਿਕਾਂ ਪ੍ਰਤੀ ਵੱਖਰਾ ਹੈ ਅਤੇ ਬਾਕੀ ਦੇਸ਼ਾਂ ਦੇ ਕੂਟਨੀਤਿਕਾਂ ਪ੍ਰਤੀ ਵੱਖਰਾ। ਸਾਡੇ ਕੂਟਨੀਤਿਕਾਂ ਨੂੰ ਕੈਨੇਡਾ ਪਸੰਦ ਨਹੀਂ ਕਰ ਰਿਹਾ, ਹਾਲਾਂਕਿ ਪੱਛਮੀ ਦੇਸ਼ ਇੱਕੋ ਜਿਹੇ ਨਹੀਂ ਹਨ। ਜੈ ਸ਼ੰਕਰ ਨੇ ਕੂਟਨੀਤਿਕਾਂ ਨੂੰ ਵਾਪਸ ਬੁਲਾਏ ਜਾਣ ਦੇ ਜਵਾਬ ਵਿੱਚ ਕਿਹਾ ਕਿ ਕੈਨੇਡਾ ਨੂੰ ਉਦੋਂ ਤੱਕ ਕੋਈ ਦਿੱਕਤ ਨਹੀਂ ਹੁੰਦੀ ਜਦੋਂ ਉਹਨਾਂ ਦੇ ਡਿਪਲੋਮੈਟ ਭਾਰਤ ਆ ਕੇ ਸਾਡੀ ਫੌਜ ਅਤੇ ਪੁਲਿਸ ਦੀ ਜਾਣਕਾਰੀ ਇਕੱਠਾ ਕਰਦੇ ਹਨ। ਉੱਥੇ ਹੀ ਸਾਡੇ ਸਾਰੇ ਕੂਟਨੀਤਿਕਾਂ ਤੇ ਪਾਬੰਦੀ ਲਗਾ ਦਿੱਤੀ ਜਾਂਦੀ ਹੈ। ਦਰਅਸਲ ਹਾਲ ਹੀ ਦੇ ਵਿੱਚ ਇਹ ਤਲਖੀ ਇੰਨੀ ਵੱਧ ਗਈ ਸੀ ਕਿ ਦੋਵੇਂ ਦੇਸ਼ਾਂ ਨੇ ਆਪਣੇ ਕੂਟਨੀਤਿਕਾਂ ਨੂੰ ਵਾਪਸ ਆਪਣੇ ਮੁਲਕ ਬੁਲਾ ਲਿਆ ਸੀ। ਬ੍ਰਿਟਿਸ਼ ਕੋਲੰਬੀਆ ਵਿੱਚ ਪਈਆਂ ਵੋਟਾਂ ਦੇ ਦੇਰ ਰਾਤ ਤੱਕ ਨਤੀਜਿਆਂ ਮੁਤਾਬਿਕ ਦੋਵੇਂ ਮੁੱਖ ਪਾਰਟੀਆਂ BC NDP ਅਤੇ BC ਕੰਜ਼ਰਵੇਟਿਵ ਪਾਰਟੀ ਬਹੁਮਤ ਦੇ ਅੰਕੜੇ ਨੂੰ ਪਾਰ ਨਹੀਂ ਕਰ ਸਕੀਆਂ। ਬਹੁਤ ਹੀ ਫਸਵੀਂ ਟੱਕਰ ਵਿੱਚ BC NDP ਨੂੰ 46 ਸੀਟਾਂ ਤੇ BC ਕੰਜ਼ਰਵੇਟਿਵ ਨੂੰ 45 ਸੀਟਾਂ ਅਤੇ ਗ੍ਰੀਨ ਪਾਰਟੀ ਨੂੰ 2 ਸੀਟਾਂ ਮਿਲੀਆਂ। ਦੋ ਹਲਕਿਆਂ ਨੂੰ ਜਿੱਤ ਹਾਰ ਦਾ ਫਰਕ ਸਿਰਫ 100 ਵੋਟਾਂ ਘੱਟ ਰਹਿਣ ਕਾਰਨ ਇਹਨਾਂ ਦੀ ਗਿਣਤੀ ਦੁਬਾਰਾ ਹੋਵੇਗੀ। BC ਇਲੈਕਸ਼ਨ ਮੁਤਾਬਿਕ ਵੋਟਾਂ ਦੇ ਆਖਰੀ ਨਤੀਜੇ 26 ਅਕਤੂਬਰ ਨੂੰ ਜਾਰੀ ਕੀਤੇ ਜਾਣਗੇ ਅਤੇ ਉਦੋਂ ਤੱਕ BC ਲੋਕਾਂ ਨੂੰ ਨਵੀਂ ਸਰਕਾਰ ਦੀ ਉਡੀਕ ਕਰਨੀ ਹੋਵੇਗੀ। ਸਰਕਾਰ ਬਣਾਉਣ ਲਈ ਬਹੁਮਤ ਲਈ 47 ਸੀਟਾਂ ਦੀ ਲੋੜ ਹੈ। BC NDP ਨੇ 46 ਸੀਟਾਂ ਜਿੱਤੀਆਂ। ਉਮੀਦ ਕੀਤੀ ਜਾਂਦੀ ਹੈ ਕਿ ਉਹ BC ਗ੍ਰੀਨ ਦੀਆਂ 2 ਸੀਟਾਂ ਦੀ ਹਮਾਇਤ ਨਾਲ ਘੱਟ ਗਿਣਤੀ ਸਰਕਾਰ ਦਾ ਦਾਅਵਾ ਪੇਸ਼ ਕਰ ਸਕਦੀ ਹੈ। BC ਗ੍ਰੀਨ ਪਾਰਟੀ ਦੀ ਆਗੂ ਸੋਨੀਆ ਨੇ ਹਮਾਇਤ ਦੇ ਮੁੱਦੇ ਉੱਤੇ NDP ਨੂੰ ਤਰਜੀਹ ਦੇਣ ਦੀ ਗੱਲ ਕਹੀ ਹੈ। NDP ਲੀਡਰ ਡੇਵਿਡ ਈਬੀ ਨੇ ਵੋਟਾਂ ਦੀ ਗਿਣਤੀ ਉਪਰੰਤ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਇੱਕ ਬਹੁਤ ਹੀ ਸਖਤ ਲੜਾਈ ਵਾਲੀ ਮੁਹਿੰਮ ਚੱਲ ਰਹੀ ਹੈ ਅਤੇ ਅਸੀਂ ਜਾਣਦੇ ਹਾਂ ਕਿ ਹਰ ਵੋਟ ਮਾਇਨੇ ਰੱਖਦੀ ਹੈ ਅਤੇ ਇਹ ਨਿਸ਼ਚਿਤ ਤੌਰ ਤੇ ਹੋਇਆ ਹੈ। ਅਜਿਹਾ ਲੱਗਦਾ ਹੈ ਕਿ ਸਾਨੂੰ ਥੋੜਾ ਹੋਰ ਇੰਤਜ਼ਾਰ ਕਰਨਾ ਪਏਗਾ। ਇਸੇ ਦੌਰਾਨ BC ਕੰਜ਼ਰਵੇਟਿਵ ਆਗੂ ਜੋਹਨ ਡੋਸਟੈਡ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸੂਬੇ ਦੀਆਂ ਇਹ ਚੋਣਾਂ BC ਕੰਜ਼ਰਵੇਟਿਵ ਲਈ ਇਤਿਹਾਸਕ ਨੇ। ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ BC ਕੰਜ਼ਰਵੇਟਿਵ ਨੇ ਇੰਨੀ ਵੱਡੀ ਜਿੱਤ ਹਾਸਲ ਕੀਤੀ ਹੈ। ਉਡੀਕ ਕਰੋ, ਅਸੀਂ ਸਰਕਾਰ ਬਣਾਉਣ ਦੇ ਬਹੁਤ ਨੇੜੇ ਹਾਂ। ਕੁਝ ਹਲਕਿਆਂ ਵਿੱਚ ਬਹੁਤ ਥੋੜੇ ਫਰਕ ਨਾਲ ਜਿੱਤ ਹਾਰ ਦਾ ਫੈਸਲਾ ਹੋਇਆ ਅਤੇ ਦੁਬਾਰਾ ਵੋਟਾਂ ਦੀ ਗਿਣਤੀ ਤੋਂ ਤੈਅ ਹੋਵੇਗਾ। ਇਹਨਾਂ ਚੋਣਾਂ ਵਿੱਚ ਭਾਵੇਂ ਕਿ ਗ੍ਰੀਨ ਪਾਰਟੀ 2 ਸੀਟਾਂ ਜਿੱਤਣ ਵਿੱਚ ਸਫਲ ਰਹੀ, ਪਰ ਪਾਰਟੀ ਆਗੂ ਸੋਨੀਆ ਵਿਕਟੋਰੀਆ ਬੀਕਨ ਹਿੱਲ ਤੋਂ ਆਪਣੀ ਸੀਟ ਹਾਰ ਗਈ। ਉਸਨੇ ਆਪਣੀ ਇਹ ਸੀਟ ਬਦਲੀ ਸੀ। BC NDP ਦੇ ਆਗੂ ਡੇਵਿਡ ਈਬੀ ਅਤੇ BC ਕੰਜ਼ਰਵੇਟਿਵ ਆਗੂ ਆਪੋ ਆਪਣੀ ਸੀਟਾਂ ਚੰਗੇ ਮਾਰਜਨ ਨਾਲ ਜਿੱਤ ਗਏ। ਸਰੀ, ਜਿੱਥੇ NDP ਨੂੰ ਵੱਡੀ ਉਮੀਦ ਸੀ, ਉਸ ਨੂੰ ਆਪਣੀਆਂ ਪੱਕੀਆਂ ਸੀਟਾਂ ਸਮਝੀਆਂ ਜਾਂਦੀਆਂ ਸੀ, ਉੱਥੇ ਹਾਰ ਦਾ ਸਾਹਮਣਾ ਕਰਨਾ ਪਿਆ। ਇਹਨਾਂ ਵਿੱਚ ਸਰੀ ਗਿਲਫੋਰਡ ਤੋਂ ਕੈਬਨਿਟ ਮੰਤਰੀ ਗੈਰੀ ਬੈਗ, ਸਰੀ ਨਾਰਥ ਤੋਂ ਸਿੱਖਿਆ ਮੰਤਰੀ ਰਚਨਾ ਸਿੰਘ ਅਤੇ ਸਰੀ ਪੈਨੋਰਾਮਾ ਤੋਂ ਸਾਬਕਾ ਕੈਬਨਿਟ ਮੰਤਰੀ ਜਿੰਨੀ ਸਿਮਸ ਚੋਣ ਹਾਰ ਗਏ। ਸਰੀ ਗਿਲਫੋਰਡ ਤੋਂ ਕੰਜ਼ਰਵੇਟਿਵ ਉਮੀਦਵਾਰ ਹੋਣਵੀਰ ਸਿੰਘ ਰੰਧਾਵਾ, ਸਰੀ ਨਾਰਥ ਤੋਂ ਮਨਦੀਪ ਸਿੰਘ ਧਾਲੀਵਾਲ ਜੇਤੂ ਰਹੇ, ਜਦੋਂ ਕਿ ਸਰੀ ਪੈਨੋਰਾਮਾ ਤੋਂ ਕੰਜ਼ਰਵੇਟਿਵ ਉਮੀਦਵਾਰ ਬ੍ਰਾਇਨ ਟੈਪਰ ਜੇਤੂ ਰਹੇ। ਸਰੀ ਸਰਪੈਂਟਾਈਨ ਰਿਵਰ ਹਲਕੇ ਤੋਂ NDP ਉਮੀਦਵਾਰ ਬਲਤੇਜ ਸਿੰਘ ਢਿੱਲੋਂ ਸਾਬਕਾ ਮੇਅਰ ਲਿੰਡਾ ਹੈਪਨਰ ਤੋਂ ਹਾਰ ਗਏ। ਸਰੀ ਸੈਂਟਰ ਤੋਂ NDP ਉਮੀਦਵਾਰ ਆਮਨਾ ਸ਼ਾਹ ਕੰਜ਼ਰਵੇਟਿਵ ਉਮੀਦਵਾਰ ਜਿਸ਼ਾਨ ਵਾਲਾ ਤੋਂ 96 ਵੋਟਾਂ ਨਾਲ ਹਰਾਇਆ। ਇੱਥੋਂ ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਦੁਬਾਰਾ ਗਿਣਤੀ ਹੋਵੇਗੀ। ਸਰੀ ਫਲੀਟਵੁੱਡ ਤੋਂ NDP ਉਮੀਦਵਾਰ ਜਗਰੂਪ ਸਿੰਘ ਬਰਾੜ, ਡੈਲਟਾ ਨਾਰਥ ਤੋਂ ਰਵੀ ਕਾਲੋਂ ਆਪਣੀਆਂ ਸੀਟਾਂ ਨੂੰ ਦੁਬਾਰਾ ਜਿੱਤਣ ਵਿੱਚ ਸਫਲ ਰਹੇ, ਜਦੋਂ ਕਿ ਸਾਬਕਾ ਮੰਤਰੀ ਹੈਰੀ ਬੈਂਸ ਵੱਲੋਂ ਛੱਡੀ ਸੀਟ ਸਰੀ ਨਿਊਟਨ ਤੋਂ ਉਹਨਾਂ ਵੱਲੋਂ ਲਿਆਂਦੀ ਉਮੀਦਵਾਰ ਜੈਸੀ ਸੁਨੜ ਜੇਤੂ ਰਹੀ। ਬਰਨਬੀ ਸੀਟ ਤੋਂ ਮਿਨਿਸਟਰ NDP ਤੇ ਸਪੀਕਰ ਰਾਜ ਚੌਹਾਨ ਮੁੜ ਜੇਤੂ ਰਹੇ। ਸਾਊਥ ਸਰੀ ਤੋਂ ਕੰਜ਼ਰਵੇਟਿਵ ਉਮੀਦਵਾਰ ਬ੍ਰੈਂਟ ਚੈਪਮੈਨ, ਸਰੀ ਵਾਈਟ ਟਾਰਕ ਤੋਂ ਹੈਲਫੋਰਡ ਤੇ ਸਰੀ ਸਰਪੈਂਟਾਈਨ ਤੋਂ ਰਿਵਰ ਤੋਂ ਲਿੰਡਾ ਹੈਪਨਰ ਕੰਜ਼ਰਵੇਟਿਵ ਸੀਟਾਂ ਜਿੱਤਣ ਵਿੱਚ ਸਫਲ ਰਹੇ। ਸਰੀ ਕਲੋਵਰਡੇਲ ਕੰਜ਼ਰਵੇਟਿਵ ਉਮੀਦਵਾਰ ਐਲਟਨਰੋ ਸਟੋਰਕੋ ਜੇਤੂ ਰਹੇ। ਲੈਂਗਲੀ ਵਿਲਬਰੂਕ ਤੋਂ ਕੰਜ਼ਰਵੇਟਿਵ ਉਮੀਦਵਾਰ ਵਜੋਂ ਪੰਜਾਬੀ ਮੁਟਿਆਰ ਜੋਰਡ ਤੂਰ ਜੇਤੂ ਰਹੀ, ਜਦੋਂ ਕਿ ਲੈਂਗਲੀ ਐਪਸਫੋਰਡ ਤੋਂ ਕੰਜ਼ਰਵੇਟਿਵ ਦੇ ਨੌਜਵਾਨ ਉਮੀਦਵਾਰ ਹਰਮਨ ਪੰਗੂ ਨੇ MP ਦੀ ਸੀਟ ਛੱਡ ਕੇ NDP ਉਮੀਦਵਾਰ ਬਣੇ ਜੋਹਨ ਐਲਡਗ ਨੂੰ ਹਰਾਇਆ। ਐਪਸਫੋਰਡ ਦੀਆਂ 3 ਸੀਟਾਂ ਤੋਂ ਕੰਜ਼ਰਵੇਟਿਵ ਉਮੀਦਵਾਰ ਜੇਤੂ ਰਹੇ। ਐਪਸਫੋਰਡ ਮਿਸ਼ਨ ਤੋਂ ਕੰਜ਼ਰਵੇਟਿਵ ਉਮੀਦਵਾਰ ਰਿਆਨ ਗੈਸਪਰ ਨੇ ਕੈਬਨਿਟ ਮੰਤਰੀ ਪੈਮ ਨੂੰ ਹਰਾਇਆ। ਐਪਸਫੋਰਡ ਵੈਸਟ ਤੋਂ ਬਰੂਸ ਬੈਨਮੈਨ ਨੇ
ਐਫਸਫੋਰਡ ਸਾਊਥ ਤੋਂ ਕੌਰਕੀ ਨਿਊਫੀਲਡ ਜੇਤੂ ਰਹੇ। ਹੋਰ ਪੰਜਾਬੀ ਮੂਲ ਦੇ ਉਮੀਦਵਾਰਾਂ ਵਿੱਚ ਰਿਚਮੰਡ ਤੋਂ ਸਟੀਵ ਕੂਨਰ ਕੰਜ਼ਰਵੇਟਿਵ, ਵੈਨਕੂਵਰ ਹੈਸਟਿੰਗਸ ਤੋਂ ਨਿੱਕੀ ਸ਼ਰਮਾ ਐਨਡੀਪੀ, ਵੈਨਕੂਵਰ ਲੰਗਾਰਾ ਤੋਂ ਸੁਨੀਤਾ ਧੀਰ ਐਨਡੀਪੀ, ਵਿਕਟੋਰੀਆ ਲੰਗਫੋਰਡ ਤੋਂ ਰਵੀ ਕੁਮਾਰ ਪਰਮਾਰ ਐਨਡੀਪੀ, ਬਰਨਬੀ ਈਸਟ ਤੋਂ ਰੀਆ ਅਰੋੜਾ, ਵਰਨਨ ਲੁੰਬੀ ਤੋਂ ਹਰਵਿੰਦਰ ਸਿੰਘ ਸੰਧੂ ਐਨਡੀਪੀ ਜੇਤੂ ਰਹੇ। ਕੈਨੇਡਾ 'ਚ ਕੰਮ ਨਾ ਮਿਲਣ ਅਤੇ ਉੱਥੋਂ ਦੀ ਸਰਕਾਰ ਵੱਲੋਂ ਬਣਾਈਆਂ ਗਈਆਂ ਨੀਤੀਆਂ ਵਿੱਚ ਬਦਲਾਅ ਅਤੇ ਪਿਛਲੇ 1 ਸਾਲ ਤੋਂ ਭਾਰਤ ਨਾਲ ਚੱਲ ਰਹੇ ਵਿਵਾਦ ਕਾਰਨ ਪੰਜਾਬ ਦੇ ਵਿਦਿਆਰਥੀਆਂ 'ਚ ਕੈਨੇਡਾ ਪ੍ਰਤੀ ਖਿੱਚ ਘਟ ਗਈ ਹੈ। ਸੂਬੇ ਦੇ ਆਈਲੈਟ ਸੈਂਟਰਾਂ ਵਿੱਚ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਰੀਬ 30 ਤੋਂ 40% ਦੀ ਕਮੀ ਆਈ ਹੈ। ਪਹਿਲਾਂ ਜੇਕਰ ਆਈਲੈਟ ਸੈਂਟਰ ਵਿੱਚ 100 ਵਿਦਿਆਰਥੀ ਹੁੰਦੇ ਸਨ ਤਾਂ ਉਹਨਾਂ ਵਿੱਚੋਂ 50 ਵਿਦਿਆਰਥੀ ਕੈਨੇਡਾ ਦਾ ਸਟੱਡੀ ਵੀਜ਼ਾ ਲੈਣ ਲਈ ਪ੍ਰੀਖਿਆ ਦੀ ਤਿਆਰੀ ਕਰਦੇ ਸਨ, ਜਿਨ੍ਹਾਂ ਦੀ ਗਿਣਤੀ ਹੁਣ ਘਟ ਕੇ 20 ਦੇ ਕਰੀਬ ਰਹਿ ਗਈ ਹੈ। ਵਿਦਿਆਰਥੀਆਂ ਵਿੱਚ ਕੈਨੇਡਾ ਪ੍ਰਤੀ ਘਟ ਰਹੀ ਖਿੱਚ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਰਿਹਾ ਕਿ 2023 ਵਿੱਚ ਕੈਨੇਡਾ ਜਾਣ ਦੀ 2,25,000 ਵਿਦਿਆਰਥੀਆਂ ਨੇ ਆਈਲੈਟਸ ਦੀ ਪ੍ਰੀਖਿਆ ਦਿੱਤੀ ਸੀ। ਇਸ ਵਾਰ ਸਾਲ 2024 ਵਿੱਚ ਹੁਣ ਤੱਕ ਤਕਰੀਬਨ 1,25,000 ਵਿਦਿਆਰਥੀਆਂ ਵੱਲੋਂ ਕੈਨੇਡਾ ਜਾਣ ਲਈ ਆਈਲੈਟਸ ਦੀ ਪ੍ਰੀਖਿਆ ਦੇ ਚੁੱਕੇ ਨੇ। ਐਸੋਸੀਏਸ਼ਨ ਵਿੱਚ ਕੰਸਲਟੈਂਟ ਆਫ ਸਟੂਡੈਂਟ ਸਟੱਡੀਜ਼ ਦੇ ਮੈਂਬਰਾਂ ਅਨੁਸਾਰ 1.25 ਲੱਖ ਭਾਰਤੀ ਵਿਦਿਆਰਥੀ ਆਈਲੈਟਸ ਦੀ ਪ੍ਰੀਖਿਆ ਦਿੰਦੇ ਨੇ। ਉਹਨਾਂ ਨੇ ਦੱਸਿਆ ਕਿ ਕੈਨੇਡਾ ਵਿੱਚ ਨਿਯਮਾਂ ਵਿੱਚ ਬਦਲਾਅ ਤੋਂ ਬਾਅਦ ਉੱਥੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਪਾਰਟ ਟਾਈਮ ਕੰਮ ਨਹੀਂ ਮਿਲ ਰਿਹਾ। ਇੰਨਾ ਹੀ ਨਹੀਂ, ਉੱਥੇ ਰਹਿਣ ਦਾ ਕਿਰਾਇਆ ਵੀ ਕਾਫੀ ਵੱਧ ਗਿਆ ਹੈ। ਅਜਿਹੇ ਵਿੱਚ ਵਿਦਿਆਰਥੀਆਂ ਦਾ ਉੱਥੇ ਰਹਿਣਾ ਕਾਫੀ ਮੁਸ਼ਕਿਲ ਹੋ ਰਿਹਾ ਹੈ। ਇਸ ਕਾਰਨ ਉੱਥੋਂ ਦੇ ਹਾਲਾਤਾਂ ਕਾਰਨ ਹੁਣ ਵਿਦਿਆਰਥੀ ਕੈਨੇਡਾ ਦੀ ਬਜਾਏ ਦੂਜੇ ਦੇਸ਼ਾਂ ਨੂੰ ਜਾਣ ਦੀ ਪਹਿਲ ਦੇ ਰਹੇ ਨੇ। ਕੈਨੇਡਾ 'ਚ ਪੜ੍ਹਦੇ ਸਮੇਂ ਨੌਕਰੀ ਅਤੇ ਪੀਆਰ ਦੀਆਂ ਸਹੂਲਤਾਂ ਲਈ ਕੈਨੇਡਾ ਪੰਜਾਬ ਦੇ ਨੌਜਵਾਨਾਂ ਦੀ ਪਹਿਲੀ ਪਸੰਦ ਸੀ। ਉੱਥੋਂ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ 1.5 ਲੱਖ ਤੋਂ ਵੱਧ ਵਿਦਿਆਰਥੀ ਪੜ੍ਹ ਰਹੇ ਹਨ। SKOS ਦੇ ਜਨਰਲ ਸਕੱਤਰ ਦਵਿੰਦਰ ਕੁਮਾਰ ਨੇ ਦੱਸਿਆ ਕਿ 1 ਸਾਲ ਪਹਿਲਾਂ GIC ਦੀ ਫੀਸ ਲਗਭਗ $10,200 ਸੀ ਅਤੇ ਹੁਣ ਵਿਦਿਆਰਥੀ ਨੂੰ ਲਗਭਗ $20,650 ਦਾ ਭੁਗਤਾਨ ਕਰਨਾ ਪੈਂਦਾ। ਕੰਮ ਨਾ ਮਿਲਣ ਕਰਕੇ ਵਿਦਿਆਰਥੀ ਉੱਥੇ ਜਾਣਾ ਨਹੀਂ ਚਾਹੁੰਦੇ।